इलैक्ट्रॉन मोटिवेट हो जाते हैं मूव करने वास्ते, है ना। चलो देखते हैं, ਆਪਾਂ ਨੂੰ पता भी सब तो पहला सैल वोल्टिक सैल सीगा। वोल्टिक सैल बनया बेटा 1800 ईस्वी, ठीक है, BC यू कैन से बिफोर नहीं AD आफ्टर डेथ यू कैन से 1800 ਦੇ ਵਿੱਚ ਅਲੈਗਜ਼ੈਂਡਰੋ ਵੋਲਟਾ ਨੇ ਵੋਲਟਿਕ ਸੈੱਲ ਦੀ ਖੋਜ ਕੀਤੀ। ਉਹਨੇ ਕੀ ਕੀਤਾ, ਉਹਨੇ ਕੈਮੀਕਲਸ ਤੋਂ ਇਲੈਕਟ੍ਰਿਸਿਟੀ ਫਲੋ ਕਰਵਾਈ ਤੇ ਬਲਬ ਜਗਾਤਾ। ਕੈਮੀਕਲ ਰਿਐਕਸ਼ਨ ਨਾਲ ਇਲੈਕਟ੍ਰਿਸਿਟੀ ਫਲੋ ਕਰਵਾਈ ਤੇ ਬਲਬ ਜਗਾਤਾ। ਅਸਲ 'ਚ ਉਹਨੇ ਕੀ ਕੀਤਾ, ਉਹਨੇ ਇੱਕ ਇਹੋ ਜਿਹਾ ਮੈਥਡ ਕੀਤਾ ਵੀ ਇੱਕ ਪਾਸੇ ਇਲੈਕਟ੍ਰੋਨਸ ਬਹੁਤ ਜ਼ਿਆਦਾ ਸੀ, ਨੈਗੇਟਿਵ ਚਾਰਜ ਬਹੁਤ ਜ਼ਿਆਦਾ ਸੀਗਾ, ਦੂਸਰੇ ਪਾਸੇ ਉਸ ਸੈੱਲ ਦੇ ਪੋਜ਼ਿਟਿਵ ਚਾਰਜ ਬਹੁਤ ਜ਼ਿਆਦਾ ਸੀਗਾ। ਉਹਨੇ ਇਹੋ ਜਿਹੇ ਰਿਐਕਸ਼ਨਸ ਕਰਵਾਏ। ਤਾਂ ਹੁਣ ਕਿਉਂਕਿ ਇਹ ਚਾਰਜ ਆਪੋਜ਼ਿਟ ਨੇ ਤੇ ਚਾਰजेस ਦੀ ਇੱਕ ਪ੍ਰੋਪਰਟੀ ਆ, ਆਪੋਜ਼ਿਟ ਚਾਰਜ ਕੀ ਕਰਦੇ ਨੇ, ਅਟਰੈਕਟ ਈਚ ਅਦਰ, ਤੇ ਸੇਮ ਚਾਰਜ ਰਿਪੈਲ ਈਚ ਅਦਰ। ਵਿੱਚੋਂ ਨੇ ਲਾਤਾ ਕੰਡਕਟਰ, ਕੀ ਲਾਤਾ ਬੇਟਾ ਜੀ ਵਿੱਚੋਂ ਨੇ ਕੰਡਕਟਰ, ਮਤਲਬ ਤਾਰ ਲਾਤੀ ਉਹਨੇ ਵਿੱਚ। ਹੁਣ ਇਹ ਤਾਰ ਆ ਜਿਹੜੀ ਵਾਇਰ ਆ, ਇਹ ਕੰਡਕਟਰ ਹੈ। ਹੁਣ ਆਪਾਂ ਨੂੰ ਪਤਾ ਐਨੀ ਐਲੀਮੈਂਟ ਮੇਡ ਅਪ ਆਫ ਇਲੈਕਟ੍ਰੋਨਸ ਐਂਡ ਪ੍ਰੋਟੋਨ, ਤੇ ਇਲੈਕਟ੍ਰੋਨ ਸੈੱਲ ਦੇ ਵਿੱਚ ਮੂਵ ਕਰਦੇ ਨੇ ਤਾਂ ਇਲੈਕਟ੍ਰੋਨ ਆਰ ਫ੍ਰੀ ਟੂ ਮੂਵ, ਇਲੈਕਟ੍ਰੋਨਸ ਆਰ ਫ੍ਰੀ ਟੂ ਮੂਵ। ਜੇ ਇਲੈਕਟ੍ਰੋਨਸ ਆਰ ਫ੍ਰੀ ਟੂ ਮੂਵ ਤੇ ਇਲੈਕਟ੍ਰੋਨ ਮੂਵ ਕਰਦੇ ਨੇ ਤਾਂ ਜਿਹੜੇ ਇੱਥੇ ਐਟਮਸ ਸੀਗੇ ਉਹਨਾਂ ਦੇ ਫ੍ਰੀ ਇਲੈਕਟ੍ਰੋਨ ਪਏ ਸੀ ਜਿਹੜੇ ਵੀ, ਉਹ ਸਾਰੇ ਇੱਥੇ ਕੀ ਸੀ, ਨੈਗੇਟਿਵ ਚਾਰਜ ਜ਼ਿਆਦਾ ਸੀ, ਇੱਥੇ ਕੀ ਸੀ, ਪੋਜ਼ਿਟਿਵ ਚਾਰਜ ਜ਼ਿਆਦਾ ਸੀ। ਇੱਧਰੋਂ ਇਸ ਵੱਲ ਨੂੰ ਚੱਲਣ ਲੱਗ ਗਏ, ਸਾਰੇ ਇਲੈਕਟ੍ਰੋਨ ਇਸ ਵੱਲ ਨੂੰ ਚੱਲਣ ਲੱਗ ਗਏ। ਤੇ ਵਿੱਚ ਉਹਨਾਂ ਦੇ ਜੇ ਆਪਾਂ ਬੱਲਬ ਲਾਉਂਦੇ ਸੀ ਤਾਂ ਉਹ ਬੱਲਬ ਗਲੋ ਕਰਦਾ ਸੀ। ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਇਲੈਕਟ੍ਰਿਸਿਟੀ ਸ਼ੁਰੂ ਹੋ ਗਈ ਚੱਲਣੀ। ਵੋਲਟੇਕ ਸੈੱਲ ਦੇ ਵਿੱਚ ਇਹ ਫੰਡਾਮੈਂਟ ਸੀ ਕਿ ਉਹਦਾ ਤਾਂ ਚਾਰਜ ਫਲੋ ਕਰਨ ਲੱਗ ਗਿਆ ਸੀ, ਠੀਕ ਹੈ, ਨੈਗੇਟਿਵ ਚਾਰਜ ਫਲੋ ਕਰਦਾ ਸੀ ਇਸ ਤਰ੍ਹਾਂ ਨਾਲ, ਠੀਕ ਹੈ। ਉਹਨੂੰ ਆਪਾਂ ਸੈੱਲ ਕਹਿੰਦੇ ਆ ਜਿਹੜਾ ਇੱਕ ਫੋਰਸ ਪ੍ਰੋਵਾਈਡ ਕਰਦਾ, ਠੀਕ ਹੈ, ਵੀ ਚਾਰਜ ਨੂੰ ਮੂਵ ਕਰਨ ਲਈ ਕੀ ਕਰਦਾ ਉਹ ਬੇਟਾ ਜੀ, ਫੋਰਸ ਪ੍ਰੋਵਾਈਡ ਕਰਦਾ। ਉਹ ਜਿਹੜੀ ਫੋਰਸ ਹੈ ਉਹਦੇ ਕਰਕੇ ਇਲੈਕਟ੍ਰੋਨ ਮੂਵ ਕਰਦੇ ਨੇ। ਹੁਣ ਦੇਖੋ ਮੈਂ ਕਹਿੰਦਾ ਇਹ ਤਾਂ ਵੋਲਟਿਕ ਸੈੱਲ ਸੀ। ਡਰਾਈ ਸੈੱਲ ਆ ਜਿਹੜਾ ਆਪਣਾ, ਉਹ ਵੀ ਇਹੀ ਕੰਮ ਕਰਦਾ। ਆਪਾਂ ਜਦੋਂ ਕਿਸੇ ਦੇ ਇਸ ਤਰ੍ਹਾਂ ਦਾ ਸਰਕਿਟ ਬਣਾਉਣੇ ਆ, ਇੱਥੇ ਮੈਂ ਸੈੱਲ ਲਾ ਦਿੰਦਾ, ਸੈੱਲ ਦੇ ਇੱਕ ਪਾਸੇ ਐਵੇਂ ਨਿਕਲਿਆ ਹੁੰਦਾ ਤੇ ਦੂਸਰਾ ਪਾਸਾ ਥੋੜਾ ਵਿੱਚ ਨੂੰ ਹੁੰਦਾ, ਇਹ ਪੋਜ਼ਿਟਿਵ ਟਰਮੀਨਲ ਹੁੰਦਾ, ਇਹ ਨੈਗੇਟਿਵ ਟਰਮੀਨਲ ਹੁੰਦਾ। ਤੇ ਜੇ ਮੈਂ ਇੱਥੇ ਵਾਇਰ ਲਾ ਕੇ ਇੱਥੇ ਕੋਈ ਬੇਟਾ ਕੀ ਲਾ ਦਾਂ, ਬਲਬ ਲਾ ਦਾਂ ਛੋਟਾ ਜਿਹਾ, ਤੇ ਇਹਨੂੰ ਇੱਥੇ ਜਾ ਕੇ ਮੈਂ ਕਨੈਕਟ ਕਰਦਾ ਤਾਂ ਇਹ ਬਲਬ ਗਲੋ ਕਰੂਗਾ। ਇਹ ਗਲੋ ਕਿਉਂ ਕਰੂਗਾ, ਇਹ ਬਲਬ ਬੇਟਾ ਤਾਂ ਹੀ ਗਲੋ ਕਰੂ ਕਿਉਂਕਿ ਇਹਦੇ ਵਿੱਚ ਇਲੈਕਟ੍ਰੋਨਸ ਮੂਵ ਕਰ ਰਹੇ ਨੇ, ਫਰੋਮ ਨੈਗੇਟਿਵ ਟੂ ਪੋਜ਼ਿਟਿਵ ਮੂਵ ਕਰ ਰਹੇ ਨੇ। ਇਹ ਆਪਾਂ ਨੂੰ ਪਤਾ ਇਲੈਕਟ੍ਰੋਨਸ ਮੂਵ ਕਰ ਰਹੇ ਨੇ, ਠੀਕ ਹੈ। ਪਰ ਜਦੋਂ ਸੈੱਲ ਦੀ ਖੋਜ ਹੋਈ ਸੀ ਉਦੋਂ ਨਾ ਇਲੈਕਟ੍ਰੋਨ ਦੀ ਮੂਵਮੈਂਟਸ ਬਾਰੇ ਨਹੀਂ ਪਤਾ ਸੀਗਾ, ਕਿਉਂਕਿ ਉਦੋਂ ਹਜੇ ਇਲੈਕਟ੍ਰੋਨ ਦੀ ਖੋਜ ਹੀ ਨਹੀਂ ਹੋ ਸਕੀ ਸੀ। ਜਦੋਂ ਗੈਲਵੈਨਿਕ ਸੈੱਲ ਦੀ ਖੋਜ ਹੋਈ ਆ ਨਾ, ਜਦੋਂ ਆਪਣੀ ਵੋਲਟੇਕ ਸੈੱਲ ਦੀ ਖੋਜ ਹੋਈ ਆ, ਵੋਲਟੇਕ ਸੈੱਲ ਦੀ, ਉਦੋਂ ਇਲੈਕਟ੍ਰੋਨ ਦੀ ਖੋਜ ਨਹੀਂ ਹੋਈ ਸੀ। ਇਲੈਕਟ੍ਰੋਨ ਦੀ ਖੋਜ ਹੋਈ ਆ ਜਾ ਕੇ 1927 ਦੇ ਵਿੱਚ ਰਦਰਫੋਰਡ ਨੇ ਕੀਤੀ ਹੈ। ਰਦਰਫੋਰਡ ਨੇ 1927 ਦੇ ਵਿੱਚ ਜਾ ਕੇ ਇੱਕ ਖੋਜ ਕੀਤੀ ਤਾਂ ਉਹਨੇ ਕਿਹਾ ਵੀ ਭਾਈ ਇਲੈਕਟ੍ਰੋਨ ਫ੍ਰੀ ਨੇ, ਉਹ ਮੂਵ ਕਰਦੇ ਨੇ ਜਦੋਂ ਵੀ ਕੋਈ ਇਲੈਕਟ੍ਰਿਕ ਅਪਲਾਇੰਸ ਚੱਲਦਾ ਹੈਗਾ। ਆਪਾਂ ਹਜੇ ਤੱਕ ਇਲੈਕਟ੍ਰੋਨ ਯੂਜ਼ ਕਰਦੇ ਆ ਰਹੇ ਹਾਂ, ਪਰ ਤੁਸੀਂ ਕੋਈ ਵੀ ਡਾਇਗਰਾਮ ਦੇਖ ਲਓ, ਚੈਪਟਰ ਦੇ ਅੱਗੇ ਜਾ ਕੇ ਦੇਖਿਓ, ਤੁਸੀਂ ਦੇਖੋਗੇ ਪੋਜ਼ਿਟਿਵ ਟਰਮੀਨਲ ਤੋਂ ਕਰੰਟ ਨੈਗੇਟਿਵ ਟਰਮੀਨਲ 'ਚ ਜਾ ਰਿਹਾ, ਉਹਦਾ ਡਾਇਰੈਕਸ਼ਨ ਇਸ ਤਰ੍ਹਾਂ ਨਾਲ ਰੱਖਿਆ ਹੋਊਗਾ ਉਹਨਾਂ ਨੇ, ਪੋਜ਼ਿਟਿਵ ਟੂ ਨੈਗੇਟਿਵ ਰੱਖਿਆ ਹੋਊ। ਜਦ ਕਿ ਮੈਂ ਤੁਹਾਨੂੰ ਕਹਿ ਰਿਹਾ ਵੀ ਇਲੈਕਟ੍ਰੋਨ ਫਲੋ ਕਰਦੇ ਨੇ ਕਿਉਂਕਿ ਪ੍ਰੋਟੋਨਸ ਤਾਂ ਆਪਣੀ ਜਗ੍ਹਾ ਤੇ ਫਿਕਸ ਰਹਿੰਦੇ ਨੇ ਨਿਊਕਲੀਅਸ ਦੇ ਵਿੱਚ। 1900 ਦੇ ਵਿੱਚ ਇਹ ਆਪਾਂ ਚੀਜ਼ ਕੱਢ ਲਈ ਸੀ, 1927 ਤੱਕ ਆਪਾਂ 1927 ਤੋਂ ਅੱਗੇ ਆਪਾਂ ਪ੍ਰੋਟੋਨਸ ਦੀ ਖੋਜ ਵੀ ਕਰ ਲਈ। ਇਲੈਕਟ੍ਰੋਨਸ ਦੀ ਖੋਜ 1900 'ਚ ਹੋਈ ਆ, ਇਲੈਕਟ੍ਰਿਸਿਟੀ ਦੀ ਖੋਜ 1800 'ਚ ਹੋ ਗਈ ਸੀ। ਮਤਲਬ 100 ਸਾਲ ਦਾ ਇੱਕ ਗੈਪ ਆ ਜਿਹਦੇ ਵਿੱਚ ਆਪਾਂ ਸਿਰਫ ਇਹ ਸਮਝਦੇ ਰਹੇ ਕਿ ਪੋਜ਼ਿਟਿਵ ਚਾਰਜ ਫਲੋ ਕਰ ਰਿਹਾ। ਉਹ ਗੈਪ ਦੇ ਵਿੱਚ ਆਪਾਂ ਕੀ ਸਮਝਦੇ ਰਹੇ
1800 ਤੋਂ ਲੈ ਕੇ 1900 ਦੇ ਵਿੱਚ ਬੇਟਾ ਆਪਾਂ ਇਹ ਚੀਜ਼ ਸਮਝ ਰਹੇ ਕਿ ਫਲੋ ਆਫ ਪੋਜ਼ਿਟਿਵ ਚਾਰਜ ਇਜ਼ ਇਲੈਕਟ੍ਰਿਸਿਟੀ। ਤਾਂ ਉਦੋਂ ਜਿਹੜੇ ਵੀ ਡਾਇਗਰਾਮਸ ਬਣੇ ਉਹ ਡਾਇਗਰਾਮਸ ਦੇ ਵਿੱਚ ਕੀ ਸੀ, ਉਹ ਡਾਇਗਰਾਮ ਦੇ ਵਿੱਚ ਕਰੰਟ ਪੋਜ਼ਿਟਿਵ ਟਰਮੀਨਲ ਤੋਂ ਸ਼ੁਰੂ ਹੁੰਦਾ ਸੀ ਤੇ ਨੈਗੇਟਿਵ ਟਰਮੀਨਲ ਤੇ ਜਾ ਕੇ ਐਂਡ ਹੁੰਦਾ ਸੀ। ਤੁਸੀਂ ਆਪਣੀ ਬੁੱਕ 'ਚ ਚੈੱਕ ਕਰ ਸਕਦੇ ਹੋ ਇਹ ਚੀਜ਼। ਤਾਂ 1927 'ਚ ਜਾ ਕੇ ਇਹਨਾਂ ਨੇ ਕਿਹਾ ਵੀ ਯਾਰ ਇਹ ਤਾਂ ਗਲਤ ਹੈ, ਪੋਜ਼ਿਟਿਵ ਟਰਮੀਨਲ ਤੋਂ ਤਾਂ ਕਰੰਟ ਸ਼ੁਰੂ ਹੀ ਨਹੀਂ ਹੋ ਸਕਦਾ ਕਿਉਂਕਿ ਪੋਜ਼ਿਟਿਵ ਚਾਰਜ ਤਾਂ ਫਲੋ ਹੀ ਨਹੀਂ ਕਰ ਸਕਦੇ ਕਿਉਂਕਿ ਉਹ ਨਿਊਕਲੀਅਸ ਦੇ ਵਿੱਚ ਨੇ, ਦੇ ਆਰ ਬਾਉਂਡ ਐਟ देयर ਪੋਜੀਸ਼ਨ। ਠੀਕ ਹੈ। ਫਿਰ ਇਹਨਾਂ ਨੇ ਕੀ ਕਿਹਾ, ਕਹਿੰਦੇ ਇਹ ਤਾਂ ਬਹੁਤ ਵੱਡੀ ਗਲਤੀ ਹੋਊਗੀ। ਪਿਛਲੇ 100 ਸਾਲਾਂ ਤੋਂ ਆਪਾਂ ਡਾਇਗਰਾਮਸ ਬਣਾਈ ਜਾ ਰਹੇ ਹਾਂ ਤੇ ਉਹ ਡਾਇਗਰਾਮਸ ਦੇ ਵਿੱਚ ਆਪਾਂ ਇਸ ਤਰ੍ਹਾਂ ਦਿਖਾਈ ਜਾਂਦੇ ਹਾਂ ਵੀ ਇਲੈਕਟ੍ਰੋਨਸ ਜਿਹੜਾ ਆਪਣਾ ਚਾਰਜ ਆ, ਕਰੰਟ ਹੈ, ਉਹ ਪੋਜ਼ਿਟਿਵ ਤੋਂ ਸ਼ੁਰੂ ਹੋ ਕੇ ਨੈਗੇਟਿਵ ਤੱਕ ਜਾਂਦਾ। ਕਹਿੰਦੇ ਹੁਣ ਕੀ ਕੀਤਾ ਜਾਵੇ? ਉਹ ਕਹਿੰਦੇ ਕੁਛ ਨਾ ਕੀਤਾ ਜਾਵੇ ਕਿਉਂਕਿ ਜੇ ਆਪਾਂ ਸਾਰਾ ਕੁਝ ਚੇਂਜ ਕਰਨ ਲੱਗੇ ਤਾਂ ਆਪਣੀਆਂ ਸਾਰੀਆਂ ਬੁੱਕਸ ਨੇ ਜਿਹੜੀਆਂ ਆਪਾਂ ਨੂੰ ਰੀਰਾਈਟ ਕਰਨੀਆਂ ਪੈਣਗੀਆਂ। ਸਾਰੀਆਂ ਬੁੱਕਸ ਕੀ ਕਰਨੀਆਂ ਪੈਣਗੀਆਂ? ਰੀਰਾਈਟ। ਤਾਂ ਉਹਨਾਂ ਨੇ ਇੱਕ ਕਲੌਜ਼ ਪਾਤਾ, ਇੱਕ ਲਾਈਨ ਪਾਤੀ, ਦੈਟ ਇਜ਼ ਰੀਅਲ ਕਰੰਟ is flow of electrons and conventional current, conventional ਜਿਹੜਾ ਆਪਾਂ ਮੰਨਿਆ ਹੋਇਆ, ਜਿਹੜਾ ਆਪਾਂ ਡਾਇਗਰਾਮਸ 'ਚ ਦੇਖਾਂਗੇ, conventional current is opposite to the real current, the direction of conventional current is opposite to the real current। ਕਹਿੰਦਾ conventional current ਦੀ ਜਿਹੜੀ ਡਾਇਰੈਕਸ਼ਨ ਹੈ ਉਹ ਰੀਅਲ ਕਰੰਟ ਤੋਂ ਪੁੱਠੀ ਹੈ। ਰੀਅਲ ਕਰੰਟ ਨੈਗੇਟਿਵ ਟੂ ਪੋਜ਼ਿਟਿਵ ਫਲੋ ਕਰਦਾ ਹੈ, ਜਦਕਿ ਕਨਵੈਨਸ਼ਨਲ ਕਰੰਟ ਕਿੱਥੋਂ ਫਲੋ ਕਰਦਾ ਬੇਟਾ? ਪੋਜ਼ਿਟਿਵ ਟੂ ਨੈਗੇਟਿਵ ਫਲੋ ਕਰਦਾ ਹੈ। ਤਾਂ ਇਹ ਚੀਜ਼ ਖਿਆਲ ਰੱਖਣੀ ਆ, ਜਿੰਨੀਆਂ ਵੀ ਡਾਇਗਰਾਮਸ ਆਪਾਂ ਬਣਾਵਾਂਗੇ ਆਪਾਂ ਸਾਰੀਆਂ ਕਨਵੈਨਸ਼ਨਲ ਕਰੰਟ ਦੀਆਂ ਹੀ ਬਣਾਵਾਂਗੇ। ਠੀਕ ਹੈ ਜੀ, ਆਪਾਂ ਰੀਅਲ ਕਰੰਟ ਦੀ ਡਾਇਗਰਾਮ ਨਹੀਂ ਬਣਾਉਣੀ ਹੁੰਦੀ। ਤਾਂ ਜਿੰਨੀਆਂ ਵੀ ਡਾਇਗਰਾਮਸ ਤੁਸੀਂ ਬੁੱਕ 'ਚ ਦੇਖ ਲਿਓ, ਫਰੋਮ ਪੋਜ਼ਿਟਿਵ ਟੂ ਨੈਗੇਟਿਵ ਟਰਮੀਨਲ ਸੈੱਲ ਤੇ ਜਾਊਗਾ, ਸੈੱਲ ਤੇ। ਠੀਕ ਹੈ ਜੀ, ਤਾਂ ਇਹ ਚੀਜ਼ ਸਮਝ ਆ ਗਈ ਰੀਅਲ ਤੇ ਕਨਵੈਨਸ਼ਨਲ ਕਰੰਟ 'ਚ ਕੀ ਫਰਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਇਹ EMF ਆ, ਇਲੈਕਟ੍ਰੋਮੋਟਿਵ ਫੋਰਸ ਹੈ, ਇਹ ਕੀ ਕਰ ਰਹੀ ਹੈ? ਇਹ ਫੋਰਸ ਕੀ ਕਰ ਰਹੀ ਹੈ? ਬੇਸਿਕਲੀ ਫੋਰਸ ਕੀ ਕਰਦੀ ਹੁੰਦੀ ਆ? ਕੰਮ ਕਰਦੀ ਹੁੰਦੀ ਆ ਫੋਰਸ। ਵਰਕ ਦਾ ਫਾਰਮੂਲਾ ਕੀ ਆ? ਫੋਰਸ ਇਨਟੂ ਡਿਸਟੈਂਸ, ਦਿਸ ਇਜ਼ ਵਰਕ। ਤਾਂ ਜਿਹੜੀ ਉਹ ਫੋਰਸ ਹੈ ਉਹ ਕੰਮ ਕਰ ਰਹੀ ਹੈ ਤੇ ਇਲੈਕਟ੍ਰੋਨਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾ ਰਹੀ ਆ। That is called EMF, or we can say potential. That is called potential. ਸਮਰੱਥਾ। potential ਦਾ ਮਤਲਬ ਕੀ ਹੁੰਦਾ? ਸਮਰੱਥਾ। ਸਮਰੱਥਾ ਕਿਸੇ ਦੇ ਵਿੱਚ ਕੰਮ ਕਰਨ ਦੀ ਸਮਰੱਥਾ। ਇੱਥੇ ਸੈੱਲ ਦੀ ਪੋਟੈਂਸ਼ੀਅਲ ਦੀ ਗੱਲ ਕਰਦੇ ਆਪਾਂ। ਇੱਥੇ ਆਪਾਂ ਕਿਹਦੀ ਗੱਲ ਕਰਦੇ ਹਾਂ? ਸੈੱਲ ਦੇ ਪੋਟੈਂਸ਼ੀਅਲ ਦੀ। ਕਿਹਦੀ ਗੱਲ ਕਰ ਰਹੇ ਹਾਂ ਬੇਟਾ ਜੀ? ਸੈੱਲ ਦੇ ਪੋਟੈਂਸ਼ੀਅਲ ਦੀ। ਸੈੱਲ ਕੋਲ ਕਿੰਨੀ ਕੁ ਸਮਰੱਥਾ ਵੀ ਉਹ ਇੱਕ ਚਾਰਜ ਜਾਂ ਇੱਕ ਇਲੈਕਟ੍ਰੋਨ ਜਾਂ ਇੱਕ ਕੂਲਮ ਇਲੈਕਟ੍ਰੋਨ, ਹੈ ਨਾ, ਇੱਕ ਕੂਲਮ ਚਾਰਜ 6.25 × 10⁻18 ਇਲੈਕਟ੍ਰੋਨਸ ਇੱਕ ਵਾਇਰ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾ ਸਕਦਾ। ਕਿੰਨੀ ਸਮਰੱਥਾ ਉਹਦੇ ਵਿੱਚ? ਜਿੰਨੀ ਸਮਰੱਥਾ ਜ਼ਿਆਦਾ ਹੋਊ ਉਨਾ ਜ਼ਿਆਦਾ ਕਰੰਟ ਫਲੋ ਕਰਵਾਊਗਾ। ਕਿਉਂ? ਉਹ 'ਚ ਜਾਨ ਜ਼ਿਆਦਾ ਆ ਤੇ ਉਹ ਉਨੇ ਜ਼ਿਆਦਾ ਇਲੈਕਟ੍ਰੋਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਊ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਊ। ਠੀਕ ਹੈ। ਇਹਦਾ ਮਤਲਬ ਜਿਹੜਾ ਪੋਟੈਂਸ਼ੀਅਲ ਹੈ, ਸਮਰੱਥਾ ਹੈ ਕਿਸੇ ਸੈੱਲ ਦੀ, ਜਿਹਨੂੰ ਆਪਾਂ ਉਹ ਫੋਰਸ ਕਹਿੰਦੇ ਆ, EMF ਕਹਿੰਦੇ ਆ, ਇਲੈਕਟ੍ਰੋਮੋਟਿਵ ਫੋਰਸ ਕਹਿੰਦੇ ਆ, ਉਹ ਜਿਹੜਾ ਪੋਟੈਂਸ਼ੀਅਲ ਹੈ ਉਹ ਬੇਟਾ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਵਰਕ ਦੇ। ਕਿੰਨਾ ਕੰਮ ਕਰੂਗਾ ਸੈੱਲ? ਕੰਮ ਕੀ 'ਚ ਕਰੂਗਾ? ਕੰਮ ਕਰੂਗਾ ਚਾਰਜ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣ ਤੱਕ। ਕੰਮ ਕਰੂਗਾ ਉਹ ਚਾਰਜ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣ ਤੱਕ ਦਾ ਜਿੰਨਾ ਵੀ ਉਹ ਕੰਮ ਕਰੂਗਾ ਉਹਦੀ ਸਮਰੱਥਾ ਤੇ ਡਿਪੈਂਡ ਕਰੂਗਾ। ਠੀਕ ਹੈ, ਇਹ ਗੱਲ ਆਪਾਂ ਸਮਝ ਸਕਦੇ ਹਾਂ ਵੀ ਜਿੰਨਾ ਮੈਂ ਸਮਰੱਥ ਹੂੰ ਮੈਂ ਉਨਾ ਜ਼ਿਆਦਾ ਕੰਮ ਕਰੂੰਗਾ। ਮੇਰੇ 'ਚ ਜਿੰਨਾ ਪੋਟੈਂਸ਼ੀਅਲ ਹੋਊਗਾ ਮੈਂ ਉਨਾ ਜ਼ਿਆਦਾ ਕੰਮ ਕਰੂੰਗਾ। ਠੀਕ ਹੈ, ਚਲੋ ਅੱਗੇ ਕੀ ਗੱਲ ਕਰਦੇ ਆਪਾਂ ਹੁਣ? ਪੋਟੈਂਸ਼ੀਅਲ ਇਨਵਰਸਲੀ ਪ੍ਰੋਪੋਰਸ਼ਨਲ ਹੋਊਗਾ ਚਾਰਜ ਦੇ। ਠੀਕ ਹੈ, ਕਿਉਂ ਹੋਊਗਾ? ਜੇ ਮੇਰੇ 'ਚ ਸਮਰੱਥਾ ਜ਼ਿਆਦਾ ਆ ਤਾਂ ਮੈਂ ਜ਼ਿਆਦਾ ਚਾਰਜ ਕੈਰੀ ਕਰ ਸਕਦਾ। ਠੀਕ ਹੈ, ਤਾਂ ਮੈਨੂੰ ਘੱਟ ਕੰਮ ਕਰਨਾ ਪਊਗਾ ਜ਼ਿਆਦਾ ਚਾਰਜ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣ ਲਈ। ਜੇ ਮੇਰੇ 'ਚ ਜ਼ਿਆਦਾ ਸਮਰੱਥਾ ਤਾਂ ਮੈਨੂੰ ਘੱਟ ਕੰਮ ਕਰਨਾ ਪਊ, ਮੈਨੂੰ ਘੱਟ ਜ਼ੋਰ ਲਾਉਣਾ ਪਊਗਾ
ਇੱਕ ਚੀਜ਼ ਨੂੰ ਦੂਜੀ ਚੀਜ਼ ਤੱਕ ਲੈ ਕੇ ਜਾਣ ਲਈ। ਪਰ ਜੇ ਮੈਂ ਘੱਟ ਚੀਜ਼ ਜ਼ਿਆਦਾ ਟਾਈਮ ਦੇ ਵਿੱਚ ਇੱਕ ਜਗ੍ਹਾ ਤੋਂ ਜ਼ਿਆਦਾ ਕੰਮ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣਾ, ਤਾਂ ਇਹਦਾ ਮਤਲਬ ਮੇਰੇ 'ਚ ਪੋਟੈਂਸ਼ੀਅਲ ਘਟ ਗਿਆ। ਇਹਦਾ ਮਤਲਬ ਚਾਰਜ ਕੀ ਹੋ ਗਈ, ਉਹ ਚੀਜ਼ ਹੋ ਗਈ ਜਿਹੜੀ ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣੀ ਆ। ਜੇ ਤਾਂ ਮੈਂ ਘੱਟ ਕੰਮ ਕਰਕੇ ਉਹ ਚੀਜ਼ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾ ਰਿਹਾ, ਤਾਂ ਮੇਰੇ 'ਚ ਪੋਟੈਂਸ਼ੀਅਲ ਜ਼ਿਆਦਾ। ਜੇ ਮੈਂ ਘੱਟ ਚੀਜ਼ ਕੈਰੀ ਕਰਕੇ ਜ਼ਿਆਦਾ ਕੰਮ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਾ ਰਿਹਾ, ਤਾਂ ਮੇਰੇ 'ਚ ਪੋਟੈਂਸ਼ੀਅਲ ਘੱਟ ਆ। ਇਹਦਾ ਮਤਲਬ ਜਿਹੜਾ ਪੋਟੈਂਸ਼ੀਅਲ ਹੈ ਉਹਦਾ ਫਾਰਮੂਲਾ ਕੀ ਬਣ ਗਿਆ ਬੇਟਾ? ਉਹਦਾ ਫਾਰਮੂਲਾ ਬਣ ਗਿਆ ਵਰਕ ਡਨ ਅਪੋਨ ਚਾਰਜ। ਹੁਣ ਇਹਦੀ ਡੈਫੀਨੇਸ਼ਨ ਲਿਖਦੇ ਆਪਾਂ। ਵਰਕ ਡਨ ਅਪੋਨ ਚਾਰਜ ਦੀ ਆਪਾਂ ਕੀ ਲਿਖਦੇ ਹਾਂ? ਡੈਫੀਨੇਸ਼ਨ। ਸੋ potential of a cell may be defined as amount of work done per unit charge amount of work done to move per unit charge from one place to another place in a conductor। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣ ਲਈ, ਫੋਰ ਐਗਜ਼ਾਮਪਲ ਇੱਥੇ ਬੇਟਾ ਮੇਰੇ ਕੋਲ ਇੱਕ ਸੈੱਲ ਹੈ, ਇਹ ਇੱਕ ਕੰਡਕਟਰ ਹੈ। ਓਬਵੀਅਸਲੀ ਜਦੋਂ ਮੈਂ ਇਸ ਤਰ੍ਹਾਂ ਨਾਲ ਜੋੜ ਦੂੰ ਤਾਂ ਇਲੈਕਟ੍ਰੋਨਸ ਇੱਥੋਂ ਸ਼ੁਰੂ ਹੋ ਜਾਣਗੇ, ਐ ਜਾਣਗੇ। ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ ਲੈ ਕੇ ਜਾਣ ਵਾਸਤੇ ਜਾਂ ਇਸ ਪੁਆਇੰਟ ਤੋਂ ਇੱਥੇ ਤੱਕ ਲੈ ਕੇ ਆਉਣ ਵਾਸਤੇ ਉਹਨਾਂ ਇਲੈਕਟ੍ਰੋਨਸ ਨੂੰ ਮੈਨੂੰ ਕਿੰਨਾ ਕੰਮ ਕਰਨਾ ਪਿਆ, ਉਹ ਮੇਰਾ ਸੈੱਲ ਦਾ ਕੀ ਹੋਊਗਾ ਪੁੱਤਰ ਜੀ? ਪੋਟੈਂਸ਼ੀਅਲ ਹੋਊਗਾ। ਉਹ ਸੈੱਲ ਦਾ ਕੀ ਹੋਊਗਾ? ਪੋਟੈਂਸ਼ੀਅਲ। ਹਾਂ, ਇਹ ਰੀਅਲ ਕਰੰਟ ਦੀ ਗੱਲ ਕਰਦਾ, ਬਟ ਜੇ ਮੈਂ ਕਨਵੈਨਸ਼ਨਲ ਕਰੰਟ ਕਰਾਂ ਤਾਂ ਮੈਂ ਇਹਨੂੰ ਡਾਇਰੈਕਸ਼ਨ ਇਸ ਤਰ੍ਹਾਂ ਨਾਲ ਦਊਂਗਾ। ਡਾਇਰੈਕਸ਼ਨ ਮੈਂ ਕਿਸ ਤਰ੍ਹਾਂ ਨਾਲ ਦਊਂਗਾ? ਇਸ ਤਰ੍ਹਾਂ ਨਾਲ। ਡਾਇਗਰਾਮ ਜੇ ਤੁਸੀਂ ਇਸ ਤਰ੍ਹਾਂ ਬਣਾਓਗੇ ਨਾ, ਪੋਜ਼ਿਟਿਵ ਟੂ ਨੈਗੇਟਿਵ ਜਾਓਗੇ ਫੇਰ ਸਹੀ ਆ। ਜੇ ਤੁਸੀਂ ਇਸ ਤਰ੍ਹਾਂ ਬਣਾ ਦੋਗੇ ਵੀ ਇਹ ਸੈੱਲ ਹੈ ਜੀ, ਇਹ ਡਾਇਗਰਾਮ ਗਲਤ ਹੈ ਬੇਟਾ। ਨੈਗੇਟਿਵ ਟੂ ਪੋਜ਼ਿਟਿਵ ਕਰੰਟ ਦਿਖਾਉਣਾ ਹੀ ਨਹੀਂ, ਕਿਉਂਕਿ ਆਪਾਂ ਗੱਲ ਕਿਹਦੀ ਕਰਨੀ ਹੈ? ਹਮੇਸ਼ਾ ਕਨਵੈਨਸ਼ਨਲ ਕਰੰਟ ਦੀ ਗੱਲ ਕਰਨੀ ਹੈ। ਨਾਓ ਇਹ ਪੋਟੈਂਸ਼ੀਅਲ डिफरेंस हो गया। असल से की हो गया है इलेक्ट्रिक पोटेंशियल डिफरेंस। लो जी, एक पॉइंट तो दूजे पॉइंट ਦੇ ਵਿੱਚ ਕਿੰਨਾ ਡਿਫਰੈਂਸ ਆ ਗਿਆ, ਪੋਟੈਂਸ਼ੀਅਲ ਡਿਫਰੈਂਸ ਕਿੰਨਾ ਆ ਗਿਆ। ਆਪਾਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਡਿਫਰੈਂਸ ਕਰਦੇ ਹਾਂ 9th ਕਲਾਸ 'ਚ। ਉਹਦੇ ਵਿੱਚ ਤੁਸੀਂ ਕੀ ਕਰਦੇ ਹੋ? ਉਹਦੇ ਵਿੱਚ ਤੁਸੀਂ ਇਹ ਗੱਲ ਕਰਦੇ ਹੋ ਵੀ ਨੀਚੋਂ ਤੋਂ ਉੱਪਰ ਲੈ ਕੇ ਜਾਣ ਤੱਕ ਆਪਾਂ ਨੂੰ ਕਿੰਨਾ ਵਰਕ ਕਰਨਾ ਪਿਆ ਕਿਸੇ ਬੋਡੀ ਤੇ। ਉਹਨੂੰ ਆਪਾਂ ਕਹਿੰਦੇ ਆ ਨਾ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਡਿਫਰੈਂਸ। ਇੱਕ ਜਗ੍ਹਾ ਤੋਂ ਚੱਕ ਕੇ ਉੱਪਰ ਤੱਕ ਲੈ ਕੇ ਜਾਣ ਲਈ ਮੈਨੂੰ ਕਿੰਨਾ ਕੰਮ ਕਰਨਾ ਪਿਆ। ਐਵੇਂ ਇੱਕ ਚਾਰਜ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣ ਵਾਸਤੇ ਕਿੰਨਾ ਕੰਮ ਕਰਨਾ ਪਿਆ, ਕਿਸ ਨੂੰ? ਸੈੱਲ ਨੂੰ। ਮਤਲਬ ਕਰੰਟ ਨੂੰ ਫਲੋ ਕਰਾਉਣ ਵਾਸਤੇ ਇੱਕ ਸੈੱਲ ਨੂੰ ਕਿੰਨਾ ਕੰਮ ਕਰਨਾ ਪਿਆ। ਦੈਟ ਇਜ਼ ਯੂਅਰ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ। ਤੇ ਇਹਨੂੰ ਡਿਨੋਟ ਕਰਦੇ ਆ ਆਪਾਂ V ਨਾਲ। ਇਜ਼ ਇਕੁਅਲ ਟੂ वर्क डन W अपॉन चार्ज Q। यूनिट्स देख लो, पोटेंशियल डिफरेंस के यूनिट ने वोल्ट। क्यों? क्योंकि सब तो पहला पोटेंशियल डिफरेंस किने शुरू कराया सीगा? वोल्टाइक सेल। वोल्टाइक सेल वोल्टा साइंटिस्ट सीगा, ਉਹਨੇ सब तो पहला इलैक्ट्रिक पोटेंशियल बारे दस्सिया ਜਿਹਦੇ ਕਰਕੇ करंट फ्लो करता गा। ਤਾਂ ਉਹਨੂੰ ऑनर देने वास्ते ਆਪਾਂ ਇਹਦੇ यूनिट्स की करते? वोल्ट करते। वर्क डन कितना हो गया? वर्क डन इज जाउल, चार्ज इज कूलम। सो जे मैं 1 यूनिट ऑफ पोटेंशियल डिफरेंस डिफाइन करा तो होगा 1 वोल्ट इज इक्वल टू 1
कूलम अपॉन 1 joule अपॉन 1 कूलम। So electric potential difference is called one volt when 1 joule of work is done to move 1 coulomb of charge from one place to another place or from one point to another point in a conductor। लो जी ਜਿਹੜੀ ਡੈਫੀਨੇਸ਼ਨ ਤੁਹਾਡੀ ਪੋਟੈਂਸ਼ੀਅਲ ਡਿਫਰੈਂਸ ਦੀ ਸੀ ਉਹਦੇ ਵਿੱਚ ਆਪਾਂ ਜਸਟ ਵਰਕ ਡਨ ਨੂੰ 1 ਜਾਊਲ ਨਾਲ ਤੇ ਚਾਰਜ ਨੂੰ 1 ਕੂਲਮ ਨਾਲ ਡਿਸਪਲੇਸ ਕੀਤਾਗਾ ਤੇ ਆਪਣੇ ਕੋਲ ਸਾਰਾ ਕੁਝ ਆ ਗਿਆ। ਵੋਲਟ ਬੇਸਿਕਲੀ ਫਿਰ ਕੀ ਹੋਇਆ, ਵੋਲਟ ਕੁਝ ਨਹੀਂ ਹੈਗਾ, ਵੋਲਟ ਹੈਗਾ ਜਾਊਲ ਪਰ ਕੂਲਮ। ਵੋਲਟ ਕੀ ਹੈ, ਜਾਊਲ ਪਰ ਕੂਲਮ। ਜੇ ਤੁਹਾਨੂੰ ਨਾ ਉੱਥੇ ਕੋਈ ਜਾਊਲ ਪਰ ਕੂਲਮ ਲਿਖ ਦੇ ਤੁਸੀਂ ਆਪਦੇ ਆਪ ਦਿਮਾਗ ਲਾਉਣਾ ਵੀ ਇਹ ਵੋਲਟ ਹੈ, ਇਹ ਪੋਟੈਂਸ਼ੀਅਲ ਡਿਫਰੈਂਸ ਦੀ ਗੱਲ ਕਰਦਾ। ਕੀ ਹੈ ਬੇਟਾ, ਇਹ ਵੋਲਟ ਹੈ ਤੇ ਉਹ ਬੰਦਾ ਕਿਹਦੀ ਗੱਲ ਕਰ ਰਿਹਾ, ਪੋਟੈਂਸ਼ੀਅਲ ਡਿਫਰੈਂਸ ਦੀ ਗੱਲ ਕਰ ਰਿਹਾ। ਤੇ ਪੋਟੈਂਸ਼ੀਅਲ ਡਿਫਰੈਂਸ ਕੌਣ ਪ੍ਰੋਵਾਈਡ ਕਰਦਾ, ਸੈੱਲ, ਜਿਹਦੇ ਕਰਕੇ ਇਲੈਕਟ੍ਰੋਨਸ ਫਲੋ ਕਰਦੇ ਨੇ। ਕਿਉਂ ਕਰਦੇ ਨੇ, ਕਿਉਂਕਿ ਇੱਕ ਪੋਜ਼ਿਟਿਵ ਟਰਮੀਨਲ ਹੈ, ਇੱਕ ਨੈਗੇਟਿਵ ਟਰਮੀਨਲ ਆ। ਨੈਗੇਟਿਵ ਟਰਮੀਨਲ ਦੇ ਵਿੱਚ ਇਲੈਕਟ੍ਰੋਨਸ ਜ਼ਿਆਦਾ ਨੇ ਤੇ ਇਲੈਕਟ੍ਰੋਨ ਦੂਜੇ ਇਲੈਕਟ੍ਰੋਨ ਨੂੰ ਕੀ ਕਰਨਗੇ, ਰਿਪੈਲ ਕਰਨਗੇ। ਤੇ ਜਿੱਥੇ ਇਲੈਕਟ੍ਰੋਨ ਘੱਟ ਨੇ ਉੱਥੇ ਜਾਣਗੇ, ਕਿਉਂਕਿ ਇਹ ਟੈਂਡੈਂਸੀ ਹੁੰਦੀ ਆ ਜਿੱਥੇ ਚੀਜ਼ ਜ਼ਿਆਦਾ ਹੁੰਦੀ ਆ ਉੱਥੋਂ ਘੱਟ ਵੱਲੀ ਨੂੰ ਜਾਂਦੀ ਆ। ਜੇ ਮੈਂ ਉੱਪਰੋਂ ਕੋਈ ਚੀਜ਼ ਛੱਡਾਂ ਤਾਂ ਉਹ ਨੀਚੇ ਨੂੰ ਆਊਗੀ, ਉੱਪਰ ਉਹ 'ਚ ਗ੍ਰੈਵੀਟੇਸ਼ਨ ਪੋਟੈਂਸ਼ੀਅਲ ਜ਼ਿਆਦਾ, ਨੀਚੇ ਗ੍ਰੈਵੀਟੇਸ਼ਨ ਪੋਟੈਂਸ਼ੀਅਲ ਘੱਟ, ਤਾਂ ਫਰੋਮ ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ ਆਊ। ਠੀਕ ਹੈ, ਤਾਂ ਜਿੱਥੇ ਇਲੈਕਟ੍ਰੋਨ ਜ਼ਿਆਦਾ ਨੇ ਉਹ ਕਿੱਧਰ ਨੂੰ ਜਾਣਗੇ, ਜਿੱਥੇ ਇਲੈਕਟ੍ਰੋਨ ਘੱਟ ਨੇ। ਹੁਣ ਆਪਾਂ ਕਹਿੰਦੇ ਸੈੱਲ ਡਾਊਨ ਹੋ ਗਿਆ। ਸੈੱਲ ਡਾਊਨ ਦਾ ਮਤਲਬ ਕੀ ਆ, ਇੱਕ ਪਾਸੇ ਇਲੈਕਟ੍ਰੋਨ ਜ਼ਿਆਦਾ ਸੀਗੇ ਪਰ ਮੈਂ ਵਿੱਚ ਇੱਕ ਕੰਡਕਟਰ ਲਾਤਾ, ਮੈਂ ਵਿੱਚ ਇੱਕ ਕੀ ਲਾਤਾ ਬੇਟਾ ਜੀ, ਕੰਡਕਟਰ ਲਾਤਾ। ਉਹ ਇਲੈਕਟ੍ਰੋਨ ਇੱਧਰੋਂ ਨਿਕਲੀ ਜਾਂਦੇ ਨੇ, ਪੋਜ਼ਿਟਿਵ ਤੇ ਜਾਈ ਜਾਂਦੇ ਨੇ, ਨਿਕਲੀ ਜਾਂਦੇ ਨੇ, ਜਾਈ ਜਾਂਦੇ ਨੇ, ਨਿਕਲੀ ਜਾਂਦੇ ਨੇ ਤੇ ਜਾਈ ਜਾਂਦੇ। ਇੱਧਰ ਇਲੈਕਟ੍ਰੋਨ ਓਨੇ ਹੋ ਗਏ ਜਿੰਨੇ ਇੱਧਰ ਕੀ ਸੀਗੇ, ਇੱਧਰ ਵੀ ਇਲੈਕਟ੍ਰੋਨ ਹੋ ਗਏ ਓਨੇ। ਇਲੈਕਟ੍ਰੋਨ ਬਰਾਬਰ ਹੋ ਗਏ, ਪੋਟੈਂਸ਼ੀਅਲ ਬਰਾਬਰ ਹੋ ਗਿਆ। ਹੁਣ ਕੀ ਹੋ ਗਿਆ, ਜੇ ਕੋਈ ਚੀਜ਼ ਇੱਥੇ ਸੀ ਤੇ ਦੂਜੀ ਇੱਥੇ ਸੀ ਤਾਂ ਉਹ ਬਰਾਬਰ ਹੋ ਗਏ। ਕਿ ਹੁਣ ਜੇ ਮੈਂ ਕੋਈ ਚੀਜ਼ ਇੱਥੋਂ ਛੱਡਾਂ ਤਾਂ ਉਹ ਇੱਥੇ ਆਊਗੀ, ਨਹੀਂ ਆਊਗੀ ਬੇਟਾ। ਕਿਉਂ, ਦੋਨਾਂ ਦੇ ਵਿੱਚ ਕੋਈ ਫਰਕ ਹੀ ਹੈ ਨਹੀਂ। ਜਦੋਂ ਅਮਾਊਂਟ ਆਫ ਇਲੈਕਟ੍ਰੋਨ ਜਿਹੜੇ ਨੈਗੇਟਿਵ ਟਰਮੀਨਲ ਤੇ ਸੀ ਉਹ ਪੋਜ਼ਿਟਿਵ ਟਰਮੀਨਲ ਦੇ ਬਰਾਬਰ ਹੋ ਜਾਣ ਤਾਂ ਆਪਾਂ ਕਹਿ ਦਿੰਦੇ ਇਲੈਕਟ੍ਰੋਨ ਫਲੋ ਕਰਨੇ ਬੰਦ ਕਰ ਗਏ, ਮਤਲਬ ਸੈੱਲ ਡੈਡ ਹੋ ਗਿਆ। ਸੈੱਲ ਕੀ ਹੋ ਗਿਆ ਜੀ, ਡੈਡ ਹੋ ਗਿਆ। ਉਹ ਤਾਂ ਡੈਡ ਹੋ ਜਾਂਦਾ। ਠੀਕ ਹੈ, ਚਲੋ ਹੁਣ ਆਪਾਂ ਕੱਲ ਨੂੰ ਪੋਟੈਂਸ਼ੀਅਲ ਡਿਫਰੈਂਸ ਜਿਹੜੀ ਡੈਫੀਨੇਸ਼ਨ ਤੁਸੀਂ ਪ੍ਰੋਪਰ ਤਰ੍ਹਾਂ ਨਾਲ ਯਾਦ ਕਰਨੀ ਆ। ਕਨਵੈਨਸ਼ਨਲ ਕਰੰਟ ਤੇ ਰੀਅਲ ਕਰੰਟ ਦੇ ਵਿੱਚ ਕੀ ਡਿਫਰੈਂਸ ਹੈ ਤੇ ਕਰੰਟ ਕੀ ਹੈ, ਇਲੈਕਟ੍ਰਿਕ ਕਰੰਟ ਕੀ ਹੈ, ਇਹਨਾਂ ਦੇ ਨਾਲ ਰਿਲੇਟਡ ਨਿਊਮੈਰੀਕਲਸ ਕਰਾਂਗੇ। ਠੀਕ ਹੈ, ਪਹਿਲਾਂ ਇਹ ਕਨਸੈਪਟ ਬੇਟਾ ਆਪਣੇ ਮਾਈਂਡ 'ਚ ਬਿਠਾ ਲਓ। ਐਬਸਟਰੈਕਟ ਕਨਸੈਪਟ ਨੇ ਥੋੜ੍ਹੇ ਜਿਹੇ, ਥੋੜ੍ਹਾ ਜਿਹਾ ਦਿਮਾਗ ਨੂੰ ਨਾ 9th ਕਲਾਸ ਨਾਲ ਜੋੜ ਕੇ, ਜਿਵੇਂ ਮੈਂ ਤੁਹਾਨੂੰ ਜੋੜ ਕੇ ਸਮਝਾਇਆ ਉਵੇਂ ਜੋੜ ਕੇ ਸਮਝਣੇ ਪੈਣਗੇ। ਠੀਕ ਹੈ, ਆਪਦੇ ਨੋਟਸ ਬਣਾਓ, ਕਿਉਂਕਿ ਇਹ ਗੱਲਾਂ ਮੈਂ ਕਾਪੀ ਤੇ ਨਹੀਂ ਲਿਖਵਾ ਸਕਦਾ। ਕੀ ਹਿਸਟਰੀ ਸੀ, ਕੀ ਉਹਦੀ ਪ੍ਰੈਜ਼ੈਂਟ ਕੀ ਚੱਲ ਰਿਹਾ ਹੈਗਾ, ਇਹ ਸਾਰਾ ਕੁਝ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ। ਇੱਕ ਕਹਾਣੀ ਵਾਂਗੂ ਚਾਰਜ ਕੀ ਹੈ ਸਭ ਤੋਂ ਪਹਿਲਾਂ ਤਾਂ, ਹੈ ਨਾ, ਤਾਂ ਇਹ ਸਾਰਾ ਕੁਝ ਇੱਕ ਸਿਮਟਰੀ ਦੇ ਅਕੋਰਡਿੰਗ ਆਪਦੇ ਦਿਮਾਗ 'ਚ ਫਿੱਟ ਕਰ ਲੈਣਾ, ਫਿਰ ਤੁਹਾਨੂੰ ਇਹ ਚੈਪਟਰ ਇੰਟਰਸਟਿੰਗ ਲੱਗੂ। ਜੇ ਮੈਂ ਤੁਹਾਨੂੰ ਜਸਟ ਇੱਕ ਸੋਲ ਡੈਫੀਨੇਸ਼ਨ ਨਾਲ ਲਿਖਾ ਦਿੰਦਾ ਚਾਰਜ ਦੀ, ਦੈਨ ਕਰੰਟ ਦੀ, ਦੈਨ ਪੋਟੈਂਸ਼ੀਅਲ ਡਿਫਰੈਂਸ ਦੀ, ਤੁਹਾਨੂੰ ਪਤਾ ਨਹੀਂ ਲੱਗਣਾ ਸੀ। ਠੀਕ ਹੈ, ਥੈਂਕ ਯੂ ਫॉर योर